ਮਿੰਟੂ ਜੀ 2 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਸਰਕੂਲੇਟ ਹੋ ਰਹੀ ਹੈ। ਜਿਹੜੇ ਦਿੱਲੀ ਦੇ ਆਮ ਆਦਮੀ ਪਾਰਟੀ ਵਾਲੇ ਮੰਤਰੀ ਨੇ ਸਤਿੰਦਰ ਜੈਨ, ਜੇਲ੍ਹ ਦੇ ਵਿੱਚ ਮਾਲਸ਼ਾਂ ਹੋ ਰਹੀਆਂ ਨੇ। ਹੁਣ ਜਿਹੜਾ ਉਹ ਮਾਲਿਸ਼ ਕਰਨ ਵਾਲਾ ਵਿਅਕਤੀ ਹੈ, ਕਹਿੰਦੇ ਉਹਦਾ ਵੀ ਕੋਈ ਪਿਛੋਕੜ ਹੈਗਾ। ਕੀ ਵੇਰਵਾ ਜੀ? ਹਾਂਜੀ ਹਾਂਜੀ, ਉਹ ਦੇਖੋ ਉਹ ਨਿਕਲ ਆਇਆ ਸੀ ਜਦੋਂ ਮਾਮਲਾ, ਕਿਉਂਕਿ ਤਿਹਾੜ ਜੇਲ੍ਹ ਦੇ ਵਿੱਚ CCTV ਫੁਟੇਜ ਆਰਾਮ ਦੇ ਨਾਲ ਹੀ ਹਾਸਲ ਹੋ ਜਾਂਦੀ ਉਥੋਂ, ਕਿਉਂਕਿ ਉੱਥੇ CCTV ਕੈਮਰੇ ਜਿਹੜੇ ਇੰਸਟਾਲ ਕੀਤੇ ਹੋਏ ਆ। ਜਿਹੜਾ ਸੁਕੇਸ਼ ਚੰਦਰ ਸ਼ੇਖਰ ਠੱਗ ਆ, ਉਹਦੀ ਵੀ ਇੱਕ ਇਸ ਤਰ੍ਹਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ CCTV ਫੁਟੇਜ ਨਿਕਲੀ ਸੀ, ਜਿਹਦੇ ਵਿੱਚ ਇਹ ਖੁਲਾਸਾ ਹੋ ਗਿਆ ਸੀਗਾ ਕਿ ਇਹ ਇਕੱਲਾ ਬੈਰਕ ਦੇ ਵਿੱਚ ਰਹਿ ਰਿਹਾ ਸੀਗਾ। 40 ਬੰਦਿਆਂ ਵਾਲੀ ਉਹ ਬੈਰਕ ਸੀ, ਉਹ ਇਕੱਲਾ ਰਹਿ ਰਿਹਾ ਸੀਗਾ। ਤਾਂ ਉਹਦੀ ਕਿਉਂਕਿ ਫੋਟੋ ਸਾਰੀ ਆ ਰਹੀ ਸੀ ਕਿ ਉਹਨੂੰ ਲੁਕਾਉਣ ਵਾਸਤੇ ਚਿੱਟੀਆਂ ਚਾਦਰਾਂ ਤਾਣੀਆਂ ਹੋਈਆਂ ਸਨ ਵੈਸੇ ਹੀ। ਤਾਂ ਉਦੋਂ ਵੀ ਮਾਮਲਾ ਜਿਹੜਾ ਬੜਾ ਸੁਰਖੀਆਂ 'ਚ ਰਿਹਾ ਸੀਗਾ। ਤੇ ਇਹਦਾ ਮਤਲਬ ਕਿ ਤਿਹਾੜ ਜੇਲ੍ਹ ਦੇ ਵਿੱਚ ਵੀ ਸਾਰਾ ਕੁਝ ਚੱਲਦਾ, VIP ਟ੍ਰੀਟਮੈਂਟ ਵਗੈਰਾ। VIP ਟ੍ਰੀਟਮੈਂਟ ਜੇ ਤਾਂ ਅੰਸਾਰੀ ਨੂੰ ਇੱਥੇ ਦਿੱਤਾ ਤਾਂ ਕਹਿੰਦੇ ਕਿ ਬਹੁਤ ਬੁਰਾ ਹੋਇਆ। ਉੱਥੇ ਸਤਿੰਦਰ ਜੈਨ ਨੂੰ ਜਿਹੜਾ ਮਿਲ ਰਿਹਾ, ਬੈੱਡ ਮਿਲ ਰਿਹਾ, ਸਾਰਾ ਕੁਝ, ਬਿਸਲੇਰੀ ਦੀਆਂ ਬੋਤਲਾਂ ਪਈਆਂ ਨੇ, ਰਿਮੋਟ ਪਿਆ, ਪਤਾ ਨਹੀਂ ਉਹਦੇ ਚ ਕਿਹੜੀਆਂ ਕਿਹੜੀਆਂ ਫਿਲਮਾਂ ਚੱਲਦੀਆਂ ਨੇ, ਤਾਂ ਉਹ ਸਾਰਾ ਕੁਝ ਉੱਥੇ ਮੌਜੂਦ ਆ। ਸਾਰੀਆਂ ਸਹੂਲਤਾਂ, ਸ਼ੋ ਇਸ਼ਰਤ ਦਾ ਸਾਰਾ ਸਮਾਨ ਉੱਥੇ ਪਿਆ। ਤਾਂ ਚਲੋ ਕਹਿੰਦੇ ਜੀ ਕਿ ਉਹ ਤਾਂ ਥੋੜਾ ਜਿਹਾ ਉਹਦਾ ਰੀੜ ਦੀ ਹੱਡੀ ਦਾ ਨੁਕਸ ਆ। ਤੇ ਫਿਰ ਕਹਿੰਦੇ ਜੀ ਕਿ ਆਹ ਮਾਲਿਸ਼ੀਆ ਕੌਣ ਸੀਗਾ ਜਿਹੜਾ ਮਾਲਿਸ਼ ਕਰਦਾ ਪਿਆ ਸੀ? ਕਹਿੰਦੇ ਜੀ ਇਹ ਫਿਜ਼ੀਓਥੈਰੇਪੀ ਦੇ ਰਿਹਾ ਸੀਗਾ, ਥੈਰੇਪੀ ਦੇ ਰਿਹਾ ਸੀਗਾ, ਫਿਜ਼ੀਓਥੈਰੇਪਿਸਟ ਸੀਗਾ। ਤਾਂ ਜਦ ਅੱਜ ਇੱਥੇ ਥੋੜਾ ਜਿਹਾ ਨਿਊਜ਼ ਏਜੰਸੀਆਂ ਨੇ ਪੜਚੋਲ ਵਾਲਾ ਕੰਮ ਕੀਤਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਦਾ ਮਸਲਾ। ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਜੱਚਦਾ ਹੋਵੇ ਮਸਲਾ, ਉਹਦੇ ਚ ਬਹੁਤ ਜਲਦੀ ਮੀਡੀਆ ਵੀ ਜਿਹੜਾ ਭਿੱਜ ਜਾਂਦਾ ਹੈ। ਤਾਂ ਇਹਨਾਂ ਨੇ ਜਾ ਕੇ ਸਾਰਾ ਕੁਝ ਕੱਢ ਕਢਾ ਲਿਆਂਦੇ ਆ। ਜਿਹਨੂੰ ਇਹ ਕਹਿ ਰਹੇ ਸਨ ਫਿਜ਼ੀਓਥੈਰੇਪਿਸਟ ਆ, ਅਸਲ ਦੇ ਵਿੱਚ ਉਹ ਰੇਪਿਸਟ ਆ। ਪੋਸਕੋ ਦੇ ਤਹਿਤ ਉਹਦੇ ਤੇ ਮੁਕੱਦਮਾ ਦਰਜ ਆ ਜੀ। ਤੋਂ ਇਹ ਆ ਕਿ ਇਹਨਾਂ ਨੇ ਜਿਹੜਾ ਤਰਕ ਦਿੱਤਾ ਸੀਗਾ ਕਿ ਦੇਖੋ ਜੀ ਸਤਿੰਦਰ ਜੈਨ ਦੀ ਰੀੜ ਦੀ ਹੱਡੀ ਦਾ ਨੁਕਸ ਆ, ਤੇ ਤੁਸੀਂ ਕਮਾਲ ਕਰਦੇ ਜੇ ਕਿਸੇ ਦੀ ਬਿਮਾਰੀ ਦਾ ਮਜ਼ਾਕ ਨਹੀਂ ਉਡਾਈਦਾ, ਏਦਾਂ ਨਹੀਂ ਕਰੀਦਾ ਸੱਜਣੋ। ਤਾਂ ਪਰ ਗੱਲ ਇਹ ਆ ਕਿ ਹੁਣ ਜਿਹੜੇ ਉਹ ਹੈਗੇ ਨੇ ਫਿਜ਼ੀਓਥੈਰੇਪਿਸਟ, ਉਹਨਾਂ ਦੀ ਇੱਕ ਐਸੋਸੀਏਸ਼ਨ ਹੈ, ਉਹ ਕਹਿੰਦੇ ਕਿ ਯਾਰ ਤੁਸੀਂ ਸਾਨੂੰ ਕਿਉਂ ਬਦਨਾਮ ਕਰ ਰਹੇ ਹੋ? ਸੰਨੇ ਸਨ ਹੱਦ ਹੋ ਗਈ ਤੁਹਾਡੇ ਵਾਲੀ। ਇਹ ਬੰਦਾ ਥੈਰੇਪੀ ਦੇ ਹੀ ਨਹੀਂ ਰਿਹਾ, ਇਹ ਤਾਂ ਮਾਲਿਸ਼ ਕਰ ਰਿਹਾ। ਲੋਕੀ ਵੀ ਕਹਿੰਦੇ ਸਨ ਯਾਰ ਰੀੜ ਦੀ ਹੱਡੀ ਦੇ ਟਿਚ ਬਟਨ ਪੈਰਾਂ ਦੇ ਗੂਠਿਆਂ 'ਚ ਤੇ ਪਤਾ ਨਹੀਂ ਕੀ ਰਿਫਾਈਨਡ ਜਿਹਾ ਮਲ ਕੇ ਤਲੀਆਂ ਝੱਸਣ ਡਿਆ, ਜਿੱਦਾਂ ਇਹਨੂੰ ਕਰੰਟ ਲੱਗਾ ਹੋਵੇ। ਜਿਵੇਂ ਪਿੰਡਾਂ ਦੇ ਵਿੱਚ ਕਰੰਟ ਸ਼ਾਰਟ ਵੱਜ ਜਾਵੇ ਨਾ ਚੰਗਾ ਬਿਜਲੀ ਦਾ, ਤੇ ਦੋਵਾਂ ਦਾ ਪੈਰ ਝੱਸਣ ਲੱਗ ਜਾਂਦੇ ਨੇ, ਪਤਾ ਨਹੀਂ ਉਹਦਾ ਕੀ ਚੱਕਰ ਚੱਲਦਾ ਹੈ। ਤਾਂ ਇਸੇ ਤਰ੍ਹਾਂ ਉਹ ਕਹਿੰਦੇ ਕਿ ਉਹ ਤੇ ਪੈਰ ਝੱਸਣ ਡਿਆ, ਇਹਦੇ ਥੈਰੇਪੀ ਤੇ ਹੈ ਹੀ ਨਹੀਂ ਹੈ। ਤਾਂ 4 ਚੁਫੇਰੇ ਉਹ ਘਿਰ ਗਏ। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਦਾ ਕੋਈ ਵੀ ਜਵਾਬ ਨਹੀਂ ਆਇਆ। ਤਾਂ ਇਹਨਾਂ ਨੇ ਕਿਹਾ ਸੀਗਾ ਕਿ ਇਹ ਫਿਜ਼ੀਓਥੈਰੇਪਿਸਟ ਆ, ਤਾਂ ਉਹ ਰੇਪਿਸਟ ਨਿਕਲਿਆ। ਬੜਾ ਮਜ਼ਾਕ ਬਣ ਰਿਹਾ, ਵੈਸੇ ਮਜ਼ਾਕ ਥਾਂ ਥਾਂ ਤੇ ਉੱਡ ਰਿਹਾ। ਤੇ ਇਹਨਾਂ ਦਾ ਟਿਕਟਾਂ ਵਾਲਾ ਵੀ ਮਸਲਾ ਖਾਸਾ ਉੱਥੇ MCD ਦੇ ਇਲੈਕਸ਼ਨ ਦੇ ਦਰਮਿਆਨ ਵਿਗੜਿਆ ਹੋਇਆ ਹੈ। ਕੱਲ ਇਹਨਾਂ ਦਾ ਇੱਕ ਵਿਧਾਇਕ ਠੱਪਿਆ ਗਿਆ, ਉਹਦੀ ਖੁੰਬ ਠੱਪ ਦਿੱਤੀ ਉੱਥੇ ਚੰਗੀ ਤਰ੍ਹਾਂ, ਉਹਨੂੰ ਧੋਇਆ ਗਿਆ। 5-7 ਉਹਦੇ ਘਸੁਰਨ ਵੀ ਜੜ ਦਿੱਤੇ ਸੱਜੇ ਖੱਬੇ। ਇਹਨਾਂ ਦੇ ਆਪਣੇ ਕਾਰਕੁਨ ਸੀ, ਕਹਿੰਦੇ ਤੁਸੀਂ ਟਿਕਟਾਂ ਵੇਚੀ ਜਾਂਦੇ ਜੇ। ਉਹ ਤਾਂ ਫਿਰ ਉੱਥੋਂ ਲਈਦਾ ਦਈਦਾ ਨਿਕਲ ਗਿਆ ਬਹਿ ਬਹਿ ਕੇ। ਉਹ ਮਹਿਫਲ ਭਰੀ ਭਰਾਈ ਸੀ ਨਾ ਛੱਡ ਕੇ, ਤਾਂ ਉਹ ਨਿਕਲ ਗਿਆ ਪਤਲੀ ਗਲੀ ਥਾਣੀ। ਸੋ ਇਹਨਾਂ ਦੀ ਮਤਲਬ ਕਿ ਵਾਰ-ਵਾਰ ਸਫਾਈ ਆ ਜਾਣੀ, ਪਰ ਸਫਾਈ ਕਈ ਵਾਰ ਇਹੋ ਜਿਹੀ ਬੇਤੁਕੀ ਆਉਂਦੀ ਹੈ ਕਿ ਬਾਅਦ ਦੇ ਵਿੱਚ ਇਹਨਾਂ ਤੋਂ ਪੈਂਚਰ ਲਾਇਆ ਹੀ ਨਹੀਂ ਜਾਂਦਾ, ਫੂਕ ਨਿਕਲ ਜਾਂਦੀ ਹੈ ਜੀ ਫਿਰ। ਤੇ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਜਵਾਬ ਕਢਿਆ ਸੀਗਾ ਕਿ ਦੇਖੋ ਜੀ ਬਿਮਾਰੀ ਦਾ ਮਜ਼ਾਕ ਉਡਾਉਂਦੇ ਨੇ, ਬਿਮਾਰੀ ਹੈ ਉਹਨੂੰ, ਉਹਦੇ ਵਿੱਚ ਸਾਫ਼ ਹੋ ਗਿਆ, ਸਪਸ਼ਟ ਹੋ ਗਿਆ ਕਿ ਸਤਿੰਦਰ ਜੈਨ ਦੀ ਮਾਲਿਸ਼ ਕਰਨ ਵਾਲਾ ਉੱਥੇ ਦਾ ਰੇਪਿਸਟ ਯਾਨੀ ਇੱਕ ਬਲਾਤਕਾਰੀ, ਜਿਹੜਾ ਬਲਾਤਕਾਰ ਦੇ ਦੋਸ਼ਾਂ ਹੇਠ ਬੰਦ ਸੀਗਾ, ਉਹ ਸੀਗਾ, ਨਾ ਕਿ ਡਾਕਟਰ ਆ। ਜੇ ਉਹਨੂੰ ਕੋਈ ਸੀਰੀਅਸਲੀ ਕੋਈ ਪ੍ਰੋਬਲਮ ਹੈਗੀ ਆ ਫਿਜ਼ੀਕਲੀ, ਤਾਂ ਉੱਥੇ ਹਸਪਤਾਲ ਦੇ ਵਿੱਚ ਉਹਦਾ ਇਲਾਜ ਹੋਣਾ ਚਾਹੀਦਾ। ਜੇਲ੍ਹ ਦੇ ਵਿੱਚ ਵੀ ਹਸਪਤਾਲ ਹੁੰਦਾ, ਜੇ ਉੱਥੇ ਨਹੀਂ ਤੇ ਬਾਹਰ ਭੇਜਣਾ ਚਾਹੀਦਾ। ਪਰ ਇਹ ਸਾਫ਼ ਦਿਖਾਈ ਦੇ ਰਿਹਾ ਕਿ ਜੇਲ੍ਹ ਮੰਤਰੀ ਆਪਣੇ ਰੁਤਬੇ ਦਾ ਉੱਥੇ ਪੂਰਾ ਆਨੰਦ ਲੈ ਰਿਹਾ, ਪੂਰੇ ਨਜ਼ਾਰੇ ਲੈ ਰਿਹਾ ਹੈ। ਚਲੋ ਜਿਵੇਂ ਹੋਵੇ ਨਾ ਦਿਨ ਤੀਆਂ ਵਰਗੇ ਕਾਲਜ ਦੇ, ਤਾਂ ਉੱਥੇ ਉਹਦੇ ਤੀਆਂ ਵਰਗੇ ਦਿਨ ਜਿਹੜੇ ਉਹ ਜੇਲ੍ਹ ਵਾਲੇ ਹੋਏ ਪਏ ਨੇ। ਮਿੰਟੂ ਜੀ, ਬੀਤੇ ਦਿਨ ਜਿਹੜੀ ਖਬਰ ਸੀਗੀ, ਆਪਾਂ ਇੱਕ ਦਿਨ ਇਹਦੇ ਬਾਰੇ ਗੱਲ ਵੀ ਕਰ ਰਹੇ ਸੀ ਕਿ ਭਾਰਤ ਤੇ ਕੈਨੇਡਾ ਦਰਮਿਆਨ ਜਿਹੜੀਆਂ ਹਰ ਹਫ਼ਤੇ ਫਲਾਈਟਸ ਚੱਲਦੀਆਂ ਨੇ, ਉਹਨਾਂ ਦੇ ਉੱਪਰ ਪਹਿਲਾਂ ਇੱਕ ਲਿਮਿਟ ਹੁੰਦੀ ਸੀ ਵੀ ਹਫ਼ਤੇ ਦੀਆਂ 35 ਫਲਾਈਟਾਂ ਹੀ ਚੱਲ ਸਕਦੀਆਂ ਸੀ। ਉਹ ਫਿਰ ਅਸੀਮਿਤ ਕਰ ਦਿੱਤਾ ਗਿਆ, ਬੇਸਿਕਲੀ ਉਹ ਲਿਮਿਟ ਹਟਾ ਦਿੱਤੀ ਗਈ। ਪਰ ਉਹਦੇ 'ਚ ਵੀ ਸ਼ਰਤਾਂ ਬਹੁਤ ਨੇ ਕਿ ਸਾਰੀਆਂ ਫਲਾਈਟਾਂ ਜਾਂ ਸਾਰੀਆਂ ਏਅਰਲਾਈਨਸ ਉਸ ਰਿਆਇਤ ਦਾ ਫਾਇਦਾ ਨਹੀਂ ਉਠਾ ਸਕਦੀਆਂ। ਪਰ ਮੇਨ ਗੱਲ ਇਹ ਸੀ ਕਿ ਭਾਰਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਾਂ ਕੁਝ ਕੁਆਟਰਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਆਸ ਬੱਝੀ ਹੋਈ ਸੀ ਵੀ ਹੋ ਸਕਦਾ ਹੈ ਵੀ ਜਿਹੜੇ ਪੰਜਾਬ ਦੇ ਵਿੱਚ ਏਅਰਪੋਰਟ ਨੇ, ਅੰਮ੍ਰਿਤਸਰ ਵਾਲਾ ਏਅਰਪੋਰਟ ਆ, ਉੱਥੇ ਵੀ ਇਹ ਫਲਾਈਟ ਹੋ ਜਾਵੇ। ਇਹ ਗੱਲ ਹੁਣ ਬਿਲਕੁਲ ਪੂਰੇ ਸਪਸ਼ਟ ਹੋ ਚੁੱਕੀ, ਕਲੀਅਰ ਹੋ ਚੁੱਕੀ ਆ
ਕਿ ਇਸ ਮਾਮਲੇ ਦੇ ਵਿੱਚ ਪੰਜਾਬ ਹੱਥ ਮਲਦਾ ਹੀ ਰਹਿ ਗਿਆ ਜੀ। ਬਿਲਕੁਲ ਸੈਡ ਹੈ ਜੀ, ਇਹ ਬਹੁਤ ਕਹਿ ਲਓ ਕਿ ਭਾਵੇਂ ਇਹਨੂੰ ਵਿਤਕਰੇਬਾਜ਼ੀ ਵਾਲੀ ਗੱਲ ਕਹਿ ਲਓ, ਭਾਵੇਂ ਕੋਈ ਵਪਾਰਕ ਪੱਖਪਾਤ ਵਾਲੀ ਗੱਲ ਕਹਿ ਲਓ, ਇਹ ਬਿਲਕੁਲ ਧੱਕਾ ਹੈ। ਵੈਸੇ ਵੀ ਜੇ ਆਪਾਂ ਕਈ ਗੱਲਾਂ ਤੇ ਚਲੋ ਸਹਿਮਤੀ ਸਾਡੀ ਪੰਜਾਬੀਆਂ ਦੀ ਵੀ ਆਪੋ ਵਿੱਚ ਦੀ ਚੱਲਦੀ ਰਹਿੰਦੀ ਆ, ਚੱਲਣੀ ਵੀ ਚਾਹੀਦੀ ਹੈ, ਪਰ ਆਹ ਤਾਂ ਬਿਲਕੁਲ ਹੀ ਇੱਕ ਤਰ੍ਹਾਂ ਨਾਲ ਕਹਿ ਲਈਆਂ ਨੇ। ਵੈਸੇ ਜੇ ਫਲਾਈਟਾਂ ਦਾ ਤੁਸੀਂ ਵੇਖੋਗੇ ਤਾਂ ਡਾਟਾ ਜਿਹੜਾ 2015 ਚ 8 ਸਨ ਤੇ ਵੱਧ ਕੇ ਹੁਣ 2022 ਦੇ ਵਿੱਚ 48 ਹੋ ਗਈਆਂ, ਕਿਉਂਕਿ ਬਹੁਤ ਜ਼ਿਆਦਾ ਟ੍ਰੈਫਿਕ ਹੈ ਨਾ। ਇੰਡੀਆ ਕੈਨੇਡਾ ਦਾ ਬਹੁਤ ਜ਼ਿਆਦਾ ਟ੍ਰੈਫਿਕ ਵਧਿਆ। ਤਾਂ ਗੱਲ ਇਹ ਆ ਕਿ ਤੁਹਾਡਾ ਜਿਹੜਾ ਡਾਟਾ ਹੈ, ਤੁਸੀਂ ਜੇ ਦੇਖੋਗੇ ਹੁਣ ਇਹਦੇ ਸ਼ਹਿਰਾਂ ਦਾ ਵੀ ਜੇ ਜ਼ਿਕਰ ਕਰ ਲਈਏ ਆਪਾਂ, ਬੰਗਲੌਰ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ, ਮੁੰਬਈ ਜੀ। ਹੁਣ ਕੋਲਕਾਤਾ ਬੰਗਾਲੀਆਂ ਦਾ ਜੇ ਤੁਸੀਂ ਦੇਖੋਗੇ ਤੇ ਇੱਥੇ ਮੇਰੇ ਖਿਆਲ ਦੇ ਨਾਲ ਤੁਹਾਡਾ ਤੇ ਕੈਨੇਡਾ ਦੇ ਵਿੱਚ ਉਹਨਾਂ ਦਾ ਪੋਪੂਲੇਸ਼ਨ ਦੇ ਵਿੱਚ ਹਿੱਸਾ ਹੈ ਜਿਹੜਾ ਉਹ ਕੁਛ ਹਜ਼ਾਰ ਦਾ ਹੋਏਗਾ, 80-90,000 ਦਾ ਮੇਰਾ ਅੰਦਾਜ਼ਾ ਹੈ। ਤਾਂ ਦੂਸਰੇ ਪਾਸੇ ਉਹਨਾਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ, ਮਾੜੀ ਗੱਲ ਨਹੀਂ, ਅਸੀਂ ਨਹੀਂ ਕਹਿੰਦੇ ਕਿ ਉਹਨਾਂ ਤੋਂ ਖੋਹ ਲਵੋ, ਵਧੀਆ ਗੱਲ ਹੈ। ਕੋਲਕਾਤਾ ਦੇ ਵਿੱਚ ਜੇ ਉਹਨਾਂ ਨੂੰ ਕੋਈ ਐਸੀ ਸਹੂਲਤ ਮਿਲ ਰਹੀ ਹੈ ਤਾਂ ਬਿਹਤਰ ਹੈ, ਕੋਈ ਹੋਰ ਸੂਬਿਆਂ ਨੂੰ ਵੀ ਫਾਇਦਾ ਹੋ ਜਾਏਗਾ। ਪਰੰਤੂ ਤੁਸੀਂ ਉਸ ਸੂਬੇ ਦੇ ਨਾਲ ਤੇ ਵਿਤਕਰਾ ਕਰ ਰਹੇ ਹੋ ਨਾ, ਚਾਹੇ ਕੋਈ ਵੀ ਪੱਖ ਆ, ਜਿਸ ਸੂਬੇ ਦੀ ਬਹੁਤ ਵੱਡੀ ਵਸੋਂ ਆ। ਜੇ ਮੈਂ ਗਲਤ ਨਹੀਂ ਤਾਂ ਮੇਰੇ ਖਿਆਲ ਦੇ ਨਾਲ ਇੱਥੇ ਤਾਂ ਤੁਹਾਡੇ ਪੰਜਾਬੀਆਂ ਦੀ ਵਸੋਂ ਜਿਹੜੀ ਮਿਲੀਅਨ ਤੋਂ ਪਾਰ ਹੋਏਗੀ, ਇੱਕ ਅੰਦਾਜ਼ਾ ਮੇਰਾ ਮੋਟਾ ਜਿਹਾ। ਤਾਂ ਬਈ ਇੰਨੀ ਵੱਡੀ ਵਸੋਂ, ਔਰ ਇਹਦੇ ਵਿੱਚ ਇੱਕ ਡਾਟਾ ਹੋਰ ਆਪਾਂ ਜੇ ਦੇਖੀਏ ਤਾਂ ਜਿਹੜਾ IGI ਜਿਹਨੂੰ ਕਹਿੰਦੇ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੈ ਜਿਹੜਾ, ਉਹਦੇ ਵਿੱਚ ਓਵਰਆਲ ਜਿਹੜਾ ਸਾਡਾ 40% ਪੰਜਾਬੀਆਂ ਦਾ ਹੀ ਹੁੰਦਾ ਉੱਥੇ, ਜੋ ਵੀ ਉਡਾਨ ਦਾ ਸਫ਼ਰ ਹੁੰਦਾ। ਤੇ ਜੇ ਕੈਨੇਡਾ ਨੂੰ ਦੇਖੋਗੇ ਤਾਂ 70% ਤੱਕ ਚਲੇ ਜਾਂਦਾ ਉਹ। ਤੁਸੀਂ ਅੰਦਾਜ਼ਾ ਲਾ ਲਓ ਕਿ ਦਿੱਲੀ ਦੇ ਵਿੱਚੋਂ ਜਿੰਨੀਆਂ ਵੀ ਫਲਾਈਟਾਂ ਉੱਡਦੀਆਂ, ਆ ਪਿਛਲੇ ਦਿਨ ਦੀ ਗੱਲ ਹੈ, ਸ਼ਾਇਦ ਸਤੰਬਰ ਦਾ ਮਹੀਨਾ ਸੀਗਾ, ਉਦੋਂ ਮੈਂ ਦੇਖ ਰਿਹਾ ਸੀਗਾ ਕਿ ਸ਼ਾਇਦ ਜਰਮਨ ਦੇ ਵਿੱਚ ਉਹਨਾਂ ਨੇ ਪਾਇਲਟਾਂ ਨੇ ਕੀਤੀ ਸੀਗੀ ਸਟ੍ਰਾਈਕ। ਤਾਂ ਉਹਦਾ ਨਤੀਜਾ ਕੀ ਹੋਇਆ ਸੀਗਾ ਕਿ ਮਿਊਨਿਖ ਨੂੰ, ਫਰੈਂਕਫਰਟ ਨੂੰ ਜਾਂਦੀਆਂ ਉਹ ਜਿਹੜੀਆਂ ਫਲਾਈਟਾਂ ਰੱਦ ਹੋਈਆਂ, ਤਾਂ ਉੱਥੇ ਬੜਾ ਹੰਗਾਮਾ ਹੋਇਆ ਦਿੱਲੀ ਦੇ ਵਿੱਚ। ਉਹ ਜਿਹੜੀਆਂ ਫੁਟੇਜ ਨਿਕਲ ਕੇ ਆਈਆਂ ਸੀ ਉਹਦੇ ਚ ਵੀ ਬਹੁਤੇ ਪੰਜਾਬੀ ਨਜ਼ਰ ਆ ਰਹੇ ਸੀ, ਮਤਲਬ ਕਿ ਜਰਮਨ ਨੂੰ ਜਾਣ ਵਾਲੇ ਵੀ ਜ਼ਿਆਦਾ ਪੰਜਾਬੀ ਜੀ। ਸੋਚਣ ਵਾਲੀ ਗੱਲ ਆ। ਤਾਂ ਇਹ ਤੇ ਬਿਲਕੁਲ ਡਿਸਕ੍ਰਿਮੀਨੇਟਰੀ ਕਹਿ ਲਈਏ ਕਿ ਸੋਚ ਆ ਇਹ, ਚਾਹੇ ਉਹ ਕਿਸੇ ਦੀ ਵੀ ਆ, ਚਾਹੇ ਉਹ ਕਿਸੇ ਵੀ ਵਜ੍ਹਾ ਕਰਕੇ ਆ। ਕਿ ਤੁਸੀਂ ਅੰਮ੍ਰਿਤਸਰ ਨੂੰ ਤਾਂ ਘੱਟੋ ਘੱਟ, ਅਸੀਂ ਤਾਂ ਇਹ ਉਮੀਦ ਰੱਖਦੇ ਸੀ ਕਿ ਚੰਡੀਗੜ੍ਹ ਵੀ ਨਾਲ ਚਲਾਇਆ ਜਾਵੇ ਤਾਂ ਕਿ ਹਰਿਆਣੇ ਨੂੰ ਵੀ, ਹਿਮਾਚਲ ਨੂੰ ਵੀ ਫਾਇਦਾ ਹੋਵੇ। ਤਾਂ ਇੱਥੇ ਤਾਂ ਅੰਮ੍ਰਿਤਸਰ ਨੂੰ ਵੀ ਨਹੀਂ ਤੁਸੀਂ ਤਵੱਜੋ ਦੇ ਰਹੇ। ਤਾਂ ਬਹੁਤ ਹੀ ਘਟੀਆ ਸੋਚ ਹੈ, ਬਹੁਤ ਨਿਹਾਇਤ ਘਟੀਆ ਸੋਚ ਹੈ, ਕਿਉਂਕਿ ਹੁਣ ਸਾਫ਼ ਹੋ ਗਿਆ, ਬਿਲਕੁਲ ਸਪਸ਼ਟ ਕਰ ਦਿੱਤਾ ਗਿਆ। ਇੱਕ ਇੰਡੀਅਨ ਅਖਬਾਰ ਦੇ ਨਾਲ ਗੱਲ ਕਰਦੇ ਆ, ਤੁਹਾਡੇ ਜਿਹੜੇ ਇੱਥੋਂ ਦੇ ਆਵਾਜਾਈ ਮੰਤਰੀ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਅੰਮ੍ਰਿਤਸਰ ਸੀਗਾ, ਮਤਲਬ ਕਿ ਚਰਚਾ ਦੇ ਵਿੱਚ ਸੀਗਾ, ਪਰੰਤੂ ਨਹੀਂ ਹੋ ਸਕਿਆ, ਪਰ ਅਸੀਂ ਅੱਗੇ ਵੀ ਗੱਲਬਾਤ ਜਿਹੜੀ ਹੈ ਇਸ ਬਾਬਤ ਕਰਦੇ ਰਹਾਂਗੇ। ਤਾਂ ਉਹਨਾਂ ਨੇ ਇਹ ਜ਼ਰੂਰ ਗੱਲ ਕਹੀ ਹੈ। ਤਾਂ ਮਤਲਬ ਕਿ ਅੰਮ੍ਰਿਤਸਰ ਏਜੰਡੇ ਤੇ ਰਿਹਾ, ਪਰ ਸ਼ਾਇਦ ਇੰਡੀਆ ਵੱਲੋਂ ਕਿਤੇ ਨਾ ਕਿਤੇ ਕੋਈ ਕਸਰ ਰਹਿ ਗਈ ਆ। ਕੈਨੇਡਾ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਇੰਡੀਆ ਵੱਲੋਂ ਕਿਤੇ ਨਾ ਕਿਤੇ ਕੋਈ, ਚਾਹੇ ਉਹ ਬਿਜ਼ਨਸ ਲੌਬੀ ਆ, ਚਾਹੇ ਕੋਈ ਹੋਰ ਸਰਕਾਰ ਦੀ ਕੋਈ ਨੀਤੀ ਆ, ਜੋ ਮਰਜ਼ੀ ਕਾਰਕ ਰਹੇ ਹੋਣ, ਜੋ ਮਰਜ਼ੀ ਕਾਰਨ ਰਹੇ ਹੋਣ, ਪਰ ਪੰਜਾਬ ਨੂੰ ਬਹੁਤ ਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਘਟੀਆ ਸੋਚਦੇ ਚੱਲਦੇ ਆ, ਫਿਰ ਇੱਕ ਵਾਰੀ ਇਸ ਸਹੂਲਤ ਤੋਂ ਮਹਿਰੂਮ ਰੱਖ ਦਿੱਤਾ ਗਿਆ। ਮਿੰਟੂ ਜੀ, ਹਥਿਆਰਾਂ ਦੀ ਨੁਮਾਇਸ਼ ਵਾਲੇ ਮਾਮਲੇ ਤੇ ਹੁਣ ਐਕਸ਼ਨ ਹੋ ਰਿਹਾ, ਪ੍ਰਧਾਨ ਮੰਤਰੀ ਸਮੇਤ ਕਈਆਂ ਤੇ ਪਰਚੇ ਹੋਏ, ਪ੍ਰਧਾਨ ਮੰਤਰੀ ਤੇ ਵੀ ਪਰਚਾ ਹੋਇਆ? ਨਹੀਂ, ਇਹ ਪ੍ਰਧਾਨ ਮੰਤਰੀ ਹੋ ਰਿਹਾ ਬਾਜੇਕੇ ਵਾਲਾ, ਉਹ ਜਿਹੜਾ ਪਹਿਲਾਂ ਮਤਲਬ ਕਿ ਸੀਗਾ ਕੋ ਨਾਮੋ ਨਾ, ਬਾਅਦ ਦੇ ਵਿੱਚ ਉਹਨੇ ਅੰਮ੍ਰਿਤਪਾਨ ਕਰ ਲਿਆ ਸੀਗਾ, ਅੰਮ੍ਰਿਤ ਛਕ ਲਿਆ ਸੀਗਾ। ਭਗਵੰਤ ਸਿੰਘ ਹੈ ਵੈਸੇ ਉਹਦਾ ਨਾਂ, ਉਹ ਬੋਲਦਾ ਹੁੰਦਾ ਸੀ ਨਹੀਂ ਬਖਸ਼ਣਾ, ਨਹੀਂ ਬਸ਼ਕਣਾ, ਏਦਾਂ ਬੋਲਦਾ ਹੁੰਦਾ, ਤੇ ਉਹਦੀਆਂ ਕਾਫੀ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਨੇ। ਤਾਂ ਉਹ ਸਿੰਘ ਸੱਜ ਗਿਆ ਸੀਗਾ। ਉਸ ਤੋਂ ਬਾਅਦ ਉਹਦੀਆਂ ਕੁਝ ਵੀਡੀਓ, ਕੁਝ ਫੋਟੋਆਂ ਜਿਹੜੀਆਂ ਉਹ ਹਥਿਆਰਾਂ ਦੇ ਨਾਲ ਸੀ, ਤਾਂ ਉਹਨੂੰ ਮੋਗਾ ਪੁਲਿਸ ਨੇ ਨਾਮਜ਼ਦ ਕਰ ਲਿਆ। ਦੇਖੋ ਇੱਥੇ ਹਨੇਰੀ ਆਈ ਪਈ ਆ ਪੂਰੀ, ਹੁਣ ਪਤਾ ਨਹੀਂ ਇਹ ਕਹਾਣੀ ਕਿੱਧਰ ਨੂੰ ਟੁਰੇਗੀ ਗਾਂ ਜਾ ਕੇ, ਕਿਉਂਕਿ ਹਥਿਆਰਾਂ ਦੇ ਮਾਮਲੇ ਦੇ ਵਿੱਚ ਪਹਿਲੀ ਗੱਲ ਤੇ ਇਹ ਹੈ ਕਿ ਮੈਂ ਕਹਿੰਦਾ ਕਿ ਐਸੀ ਨੀਤੀ ਤੁਸੀਂ ਦਿੱਲੀ 'ਚ ਕਿਉਂ ਨਹੀਂ ਲਾਗੂ ਕੀਤੀ, ਪਹਿਲਾ ਮੇਰਾ ਸਵਾਲ ਇਹ ਆ। ਕਿਉਂਕਿ ਜਿਹੜੀ ਗਨ ਵਾਇਲੈਂਸ ਦੀ ਜਿਹੜੀ ਤੁਸੀਂ ਡਾਟਾ ਲਈ ਚੱਕੋਗੇ ਨਾ, ਸਾਰੀ ਸਾਰਣੀ ਚੱਕ ਲਓ, ਸਾਰੀ ਸਾਰਣੀ ਚੱਕੋਗੇ, ਤਾਂ ਉਹਦੇ ਵਿੱਚ ਸਾਡੀਆਂ ਜਿਹੜੀਆਂ 2021 ਦੇ ਵਿੱਚ ਘਟਨਾਵਾਂ ਸੀ ਉਹ 517 ਸੀਗੀਆਂ, ਜਦ ਕਿ ਦਿੱਲੀ ਦੀਆਂ 1200 ਤੋਂ ਉੱਪਰ ਆ। ਤਾਂ ਸਭ ਤੋਂ ਪਹਿਲਾਂ ਤੇ ਪਾਲਿਸੀ ਉੱਥੇ ਲਾਗੂ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਦੀਆਂ ਸਾਡੇ ਤੋਂ ਡਬਲ ਨੇ, ਡਬਲ ਤੋਂ ਵੀ ਵਧੇਰੇ ਨੇ ਜੀ। ਤਾਂ ਦੂਜੇ ਪਾਸੇ ਠੀਕ ਹੈ, ਸਾਡੇ ਇੱਥੇ ਟਾਰਗੇਟ ਕਿਲਿੰਗਸ ਜਾਂ ਕੁਝ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ, ਮਾੜੀ ਗੱਲ ਆ, ਪਰ ਤੁਸੀਂ ਇਸ ਪਾਸੇ ਤੁਰ ਪਏ ਹੋ ਕੇ ਹੁਣ ਜਿੱਦਾਂ ਰਿਵਿਊ ਵਾਲਾ ਮਸਲਾ ਹੈ
ਲਾਇਸੈਂਸ ਰਿਵਿਊ ਵਾਲਾ। ਅੰਮ੍ਰਿਤਸਰ ਦੇ ਵਿੱਚ ਵੀ ਇਹ ਚੱਲ ਪਿਆ ਕੰਮ, ਜਲੰਧਰ ਦੇ ਵਿੱਚ ਤੇ ਕੱਲ ਸੈਂਕੜੇ ਲਾਇਸੈਂਸ ਇਹਨਾਂ ਨੇ ਇੱਕੋ ਝਟਕੇ 'ਚ ਰੱਦ ਕਰ ਦਿੱਤੇ, ਸੈਂਕੜਿਆਂ ਨੂੰ ਇਹਨਾਂ ਨੇ ਨੋਟਿਸ ਕਰ ਦਿੱਤੇ। ਸਾਰੇ ਪੰਜਾਬ ਦੇ ਵਿੱਚ ਤਰਥੱਲੀ ਮੱਚੀ ਪਈ ਹੈ, ਜਿਨ੍ਹਾਂ ਦੀ ਦੁਸ਼ਮਣੀ ਆ ਜਾਂ ਜਿਨ੍ਹਾਂ ਤੇ ਕੋਈ ਮਤਲਬ ਕਿ ਲੜਾਈ ਝਗੜੇ ਦਾ ਕੋਈ ਕੇਸ ਦਰਜ ਆ, ਉਹ ਹੁਣ ਆਪਣੇ ਵਕੀਲਾਂ ਨਾਲ ਗੱਲ ਕਰ ਰਹੇ ਆ ਕਿ ਹੋ ਸਕਦਾ ਕਿ ਸਾਨੂੰ ਕੋਰਟ ਜਾਣਾ ਪਵੇ। ਤੁਸੀਂ ਅੰਦਾਜ਼ਾ ਲਾ ਲਓ ਜੀ ਕਿ ਆਪਣਾ ਲਾਇਸੈਂਸ ਜਾਂ ਸੈਲਫ ਡਿਫੈਂਸ ਜਿਹੜਾ ਕਿ ਅਧਿਕਾਰ ਦਿੰਦਾ ਸਾਨੂੰ ਸੰਵਿਧਾਨ, ਤੁਸੀਂ ਸੈਲਫ ਡਿਫੈਂਸ ਕਰ ਸਕਦੇ ਹੋ, ਤਾਂ ਸੈਲਫ ਡਿਫੈਂਸ ਦਾ ਅਧਿਕਾਰ ਬਚਾਉਣ ਵਾਸਤੇ ਲੋਕ ਕੋਰਟ ਕਚਹਿਰੀਆਂ ਨੂੰ ਜਾਣ ਵਾਸਤੇ ਤਿਆਰੀ ਕਰ ਰਹੇ ਆ। ਮਤਲਬ ਕਿ ਕਹਾਣੀ ਹੋਰ ਦੇ ਹੋਰ ਪਾਸੇ ਹੀ ਚੱਲ ਪਈ ਆ। ਤਾਂ ਖੈਰ ਅੱਜ ਵੀ ਇਹਨਾਂ ਨੇ ਪੂਰੇ ਦਿਨ ਦੇ ਵਿੱਚ ਬੜੇ ਪਰਚੇ ਦਿੱਤੇ ਆ। ਜੇ ਤੁਸੀਂ ਦੇਖੋਗੇ ਪਟਿਆਲੇ ਦੇ ਵਿੱਚ ਵੀ 6 ਤੇ ਪਰਚਾ ਦਿੱਤਾ ਇਹਨਾਂ ਨੇ, ਜਿਹੜੇ ਫੋਟੋਆਂ ਖਿੱਚਦੇ ਹਥਿਆਰ ਜਿਹੜੇ ਜ਼ਬਤ ਕਰ ਲਏ ਗਏ। ਬਰਨਾਲਾ ਦੇ ਵਿੱਚ ਵੀ 2 ਅਣਪਛਾਤਿਆਂ ਸਮੇਤ 6 ਤੇ ਪਰਚਾ, 3 ਗ੍ਰਿਫਤਾਰ ਕਰ ਲਏ ਗਏ ਨੇ ਉੱਥੇ। ਪਠਾਨਕੋਟ ਦੇ ਵਿੱਚ ਵੀ ਉਹ ਸੈਲਫੀ ਸੁਲਫੀ ਪਾਉਂਦੇ ਸਨ, ਉੱਥੇ ਵੀ 3 ਇਹਨਾਂ ਨੇ ਚੁੱਕ ਲਏ ਆ। ਉਹ ਸਫਾਰੀ ਗੱਡੀ ਤੇ ਉਹ ਜੋ ਸਣੇ ਸਫਾਰੀ ਚੱਕਣਗੇ ਬੈਲੀਆਂ ਦੇ ਮੋਹਰੀ ਨੂੰ, ਬਸ ਉਹ ਚੱਕ ਕੇ ਲੈ ਗਏ ਉਹ ਵਿੱਚੇ ਵੈਪਨ। ਤਾਂ ਇਸ ਤਰ੍ਹਾਂ ਮਤਲਬ ਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਨੰਬਰਦਾਰ ਵੀ ਰਗੜ ਦਿੱਤਾ ਗਿਆ, ਉਹਦੇ ਤੇ ਵੀ ਪਰਚਾ ਹੋ ਗਿਆ, ਉਹਨੇ ਠਾ ਚੰਗੀ ਕਰਾਈ, ਉੱਥੇ ਵਿਆਹ ਸੀਗਾ। ਤੇ ਦੂਜੇ ਪਾਸੇ ਇੱਕ ਪੁਲਸੀਆ, ਉਹ ਜਿਵੇਂ ਕਹਿੰਦੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ, ਤੇ ਇੱਥੇ ਮੁੰਡਾ ਆਪਣੇ ਵਿਆਹ ਦੇ ਵਿੱਚ ਫਾਇਰ ਕੱਢਦਾ ਫਿਰੇ, ਦੋਨਾਂ ਹੱਥਾਂ ਨਾਲੋਂ ਫਾਇਰ ਕੱਢ ਰਿਹਾ ਸੀ ਉਹ ਪੁਲਸੀਆ ਖੁਦ, ਉਹਨੂੰ ਵੀ ਚੱਕ ਦਿੱਤਾ, ਉਹ ਵੀ FIR ਦੇ ਵਿੱਚ ਨਾਮਜ਼ਦ ਆ। ਤਾਂ ਹੁਣ ਇਹ ਕਹਾਣੀ ਜਿਹੜੀ ਆ ਖਾਸੀ ਕਹਿ ਲਓ ਕਿ ਤੱਤੀ ਹੋਈ ਪਈ ਹੈ। ਇੱਥੇ ਡਿਬੇਟ ਹੋ ਰਹੇ ਨੇ ਪ੍ਰਾਈਮ ਟਾਈਮ ਦੇ ਵਿੱਚ, ਜਿਹੜੇ ਸਾਡੇ ਇੱਥੇ ਲੋਕਲ ਖੇਤਰੀ ਚੈਨਲ ਨੇ ਉੱਥੇ ਡਿਬੇਟ ਕਰ ਰਹੇ ਨੇ। ਤਾਂ ਕਾਫੀ ਮੁੱਦਾ ਜਿਹੜਾ ਮਗਿਆ ਹੋਇਆ, ਕੁਛ ਲੋਕ ਇਹਦੇ ਹੱਕ ਦੇ ਵਿੱਚ ਨੇ, ਕੁਛ ਲੋਕ ਇਹਦੇ ਵਿਰੋਧ ਦੇ ਵਿੱਚ ਨੇ। ਉਦਾਂ ਹੀ ਪ੍ਰਧਾਨ ਮੰਤਰੀ ਤੇ ਜੇ ਪਰਚਾ ਹੋਇਆ ਤਾਂ ਕੁਛ ਲੋਕ ਕਹਿੰਦੇ ਕਿ ਬਈ ਇਹ ਗਲਤ ਹੋ ਰਿਹਾ, ਕੁਛ ਲੋਕ ਕਹਿੰਦੇ ਕਿ ਸਹੀ ਹੈ, ਕੁਛ ਲੋਕ ਇਹ ਵੀ ਤਰਕ ਦੇ ਰਿਹਾ ਕਿ ਫਿਰ ਅਮਰਤਪਾਲ ਸਿੰਘ ਤੇ ਪਰਚਾ ਕਿਉਂ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਦੇ ਕੋਲ ਵੀ ਵੈਪਨ ਨੇ, ਉਹ ਵੀ ਦਿਖਾ ਰਹੇ ਨੇ। ਜਿਵੇਂ ਰਾਜਾ ਵੜਿੰਗ ਨੇ ਵੀ ਇੱਕ ਫੋਟੋ ਜਿਹੜੀ ਪੋਸਟ ਕਰ ਦਿੱਤੀ ਸੀ। ਮਤਲਬ ਕਿ ਲੋਕਾਂ ਦੀ ਰਾਏ ਵੀ ਵੰਡੀ ਹੋਈ ਹੈ। ਤਾਂ ਉਧਰ ਜਿਹੜੀ ਸਰਕਾਰ ਆ ਉਹ ਆਪਣੇ ਹਿਸਾਬ ਦੇ ਨਾਲ, ਜਿਵੇਂ ਹੀ ਉਹਨਾਂ ਨੂੰ ਕੋਈ ਆਈਡੀਆ ਆਉਂਦਾ ਉਸੇ ਹਿਸਾਬ ਨਾਲ ਚੱਲੀ ਜਾਂਦੇ ਆ। ਤਾਂ ਇਸ ਨੀਤੀ ਦਾ ਕੀ ਗਾਂਹ ਜਾ ਕੇ ਫਾਇਦਾ ਹੋਏਗਾ, ਕੀ ਜਾ ਕੇ ਨੁਕਸਾਨ ਹੋਏਗਾ, ਹਾਲੇ ਇਹਦਾ ਅੰਕਲਨ ਕਰਨਾ ਜਿਹੜਾ ਪੋਸੀਬਲ ਨਹੀਂ ਹੈ। ਪਰ ਪਰਚੇ ਧੜਾ-ਧੜ ਹੋ ਰਹੇ ਨੇ। ਮਿੰਟੂ ਜੀ, VIPs ਦੀ ਸੁਰੱਖਿਆ ਵਾਸਤੇ ਹੁਣ ਕਹਿੰਦੇ ਵੀ ਕੋਈ ਏਜ ਲਿਮਿਟ ਫਿਕਸ ਕਰ ਦਿੱਤੀ ਗਈ ਹੈ ਵੀ ਜਿਹੜੇ ਪੁਲਿਸ ਆਫਿਸਰ ਲਗਾਏ ਜਾਣਗੇ, ਜਿਹੜੇ ਪੁਲਿਸ ਵਾਲੇ ਲਗਾਏ ਜਾਣਗੇ ਵੀ ਉਹ ਇੱਕ ਸਰਟਨ ਉਮਰ ਦੇ ਹੋਣਗੇ। ਹਾਂਜੀ ਦੇਖੋ, ਪਿਛਲੇ ਦਿਨੀ ਕੁਛ ਤਾਂ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਕਿ ਪੁਲਿਸ ਦੀ ਸਿਕਿਉਰਿਟੀ ਦੇ ਦਰਮਿਆਨ ਹੀ ਕਤਲ ਹੋ ਗਏ। ਖਾਸ ਤੌਰ ਤੇ ਜੇ ਤੁਸੀਂ ਸੋਰੀ ਦਾ ਮਰਡਰ ਦੇਖੋਗੇ, ਇਸ ਤੋਂ ਇਲਾਵਾ ਡੇਰਾ ਪ੍ਰੇਮੀ ਦਾ, ਤਾਂ ਉਹਦੇ ਵਿੱਚ ਇਹ ਇੱਕ ਪੱਖ ਨਿਕਲ ਕੇ ਆਇਆ ਕਿ ਕਿਸ ਤਰ੍ਹਾਂ ਪੁਲਿਸ ਵਾਲੇ ਡਰ ਕੇ ਆਪਣੀ ਜਾਨ ਬਚਾਉਣ ਵਾਸਤੇ ਭੱਜੇ ਆ, ਕਿਸ ਤਰ੍ਹਾਂ ਉਹ ਆਰਾਮ ਦੇ ਨਾਲ ਪੁਲਿਸ ਸਿਕਿਉਰਿਟੀ ਨੂੰ ਬਿਲਕੁਲ ਤਹਿਸ ਨਹਿਸ ਕਰਕੇ ਆਪਣਾ ਦਾ ਲਾ ਗਏ। ਤਾਂ ਉਸ ਤੋਂ ਬਾਅਦ ਹੁਣ ਜੋ ਇਹ ਉਲੀਕ ਰਹੇ ਆ ਨਵੀਂ ਯੋਜਨਾਬੰਦੀ, ਤਾਂ ਇਹਦੇ ਵਿੱਚ ਕੀ ਹੈ ਕਿ ਪੰਜਾਬ ਪੁਲਿਸ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜੀ ਜੀ ਆਪਣੀ ਜਿੱਥੇ VIP ਨੂੰ ਸੁਰੱਖਿਆ ਦੇਣੀ ਆ, ਉੱਥੇ ਇੱਕ ਆਪਣੀ ਸਟ੍ਰੈਟਜੀ ਜਿਹੜੀ ਬਦਲ ਰਹੀ ਹੈ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਹੋਣਗੇ ਬਾਡੀਗਾਰਡ ਹੋਣਗੇ ਤਾਂ ਉਹਨਾਂ ਨੂੰ ਕਮਾਂਡੋ ਵਰਗੀ ਟ੍ਰੇਨਿੰਗ ਦਿੱਤੀ ਜਾਊਗੀ। ਤਾਂ ਇੱਕ ਉਮਰ ਹੱਦ ਵੀ ਹੋਏਗੀ, ਮਤਲਬ ਕਿ ਜਿਹੜੇ ਇਹ ਹੋਣਗੇ ਬਾਡੀਗਾਰਡ, ਜਿਵੇਂ ਲਾ ਲਓ 2010 ਤੋਂ ਬਾਅਦ ਵਾਲਾ ਕੋਈ ਬੈਚ ਆ ਤਾਂ ਉਹਦੇ ਹੋਣਗੇ, ਮਤਲਬ ਕਿ ਉਹ ਜ਼ਿਆਦਾ ਏਜਡ ਨਹੀਂ ਹੋਣਗੇ। ਜਿਵੇਂ ਆਪਾਂ ਕੁਝ ਮਾਮਲਿਆਂ ਦੇ ਵਿੱਚ ਦੇਖਿਆ, ਮੰਡ ਕਹਿੰਦਾ ਜੀ ਇਹ ਤਾਂ ਬੁੱਢੇ ਨੇ ਜੀ, ਤੇ ਲੋਕੀ ਹੱਸਦੇ ਸੀ, ਕਹਿੰਦੇ ਯਾਰ WWF ਵਾਲੇ ਪਹਿਲਵਾਨ ਲਿਆ ਦਿਓ ਇਹਨਾਂ ਨੂੰ, ਜਿਹੜੇ ਤਾਂ ਹੀ ਚੁੱਕੀ ਫਿਰ ਧਰਤੀ ਤੇ ਇਹਨਾਂ ਦੇ ਪੈਰ ਨਹੀਂ ਲੱਗਣ ਦੇਣਾ ਜੀ। ਤਾਂ ਖੈਰ ਮਤਲਬ ਕਿ ਹੁਣ ਪੁਲਿਸ ਵੀ ਇਸ ਪੱਖ ਤੋਂ ਸੋਚ ਰਹੀ ਹੈ ਕਿ ਜਿਹੜੇ ਏਜਡ ਨੇ ਪੁਲਿਸ ਕਰਮਚਾਰੀ ਉਹ ਉਸ ਪੱਧਰ ਤੇ ਜਵਾਬੀ ਹਮਲਾ ਜਾਂ ਜਵਾਬੀ ਕਾਰਵਾਈ ਨਹੀਂ ਕਰ ਸਕਦੇ। ਤਾਂ ਇਹੋ ਜਿਹੇ ਬੰਦੇ ਜਿਨ੍ਹਾਂ ਦੀ ਟ੍ਰੇਨਿੰਗ ਵੀ ਜ਼ਬਰਦਸਤ ਹੋਵੇ, ਜਿਨ੍ਹਾਂ ਦਾ ਸਟੈਮਿਨਾ ਵੀ ਹੋਵੇ, ਜਿਨ੍ਹਾਂ ਦੀ ਫੁਰਤੀ ਵੀ ਹੋਵੇ, ਜਿਨ੍ਹਾਂ ਦੀ ਅੱਖ ਵੀ ਤੇਜ਼ ਹੋਵੇ, ਤਾਂ ਐਸੇ ਬੰਦੇ ਜਿਹੜੇ ਆ VIPs ਦੀ ਸਿਕਿਉਰਿਟੀ ਚ ਲਾਉਣੇ ਚਾਹੀਦੇ ਆ। ਤਾਂ ਫਿਰ ਜਿਹੜੇ ਏਜਡ ਬੰਦੇ ਨੇ ਪੁਲਿਸ ਕਰਮਚਾਰੀ ਨੇ ਉਹਨਾਂ ਨੂੰ ਤੁਸੀਂ ਕੰਮ ਕਿਸ ਲਾਓਗੇ? ਹੁਣ ਸਿਪਾਹੀ ਆ, ਹੌਲਦਾਰ, ਉਹਦਾ ਤਾਂ ਕੰਮ ਹੀ ਹੈ ਲਾਅ ਐਂਡ ਆਰਡਰ ਦਾ ਦੇਖਣਾ ਉਹਨਾਂ ਨੇ ਜੀ। ਤਾਂ ਫਿਰ ਉਹਨਾਂ ਵਾਸਤੇ ਤੁਹਾਨੂੰ ਕੋਈ ਰਣਨੀਤੀ ਅਪਣਾਉਣੀ ਪਏਗੀ ਕਿ ਜਿਹੜਾ ਬੰਦਾ ਕਿਸੇ ਦੀ ਹਿਫਾਜ਼ਤ ਨਹੀਂ ਕਰ ਸਕਦਾ ਉਹ ਸਮਾਜ ਦੀ ਕੀ ਰੱਖਿਆ ਕਰੇਗਾ, ਵੀ ਇੱਕ ਵੱਡਾ ਸਵਾਲ ਹੈ ਨਾ। ਇਹਦਾ ਮਤਲਬ ਕਿ ਇੱਕ ਪਾਸੇ ਤੁਸੀਂ ਉਧਰੋਂ ਜੇ ਅਨਫਿਟ ਦਿਖਦੇ ਹੋ ਬੰਦਾ, ਤਾਂ ਜੇ ਤੁਸੀਂ ਉਹਨੂੰ ਆਮ ਜਨਰਲ ਡਿਊਟੀ ਤੇ ਭੇਜ ਰਹੇ ਹੋ ਤਾਂ ਇਹ ਵੀ ਕਿਤੇ ਨਾ ਕਿਤੇ ਸੋਚਣ ਵਿਚਾਰਨ ਦਾ ਵਿਸ਼ਾ ਹੈ ਨਾ ਜੀ, ਕਿ ਉੱਥੇ ਵੀ ਤਾਂ ਉਹਦਾ ਟਾਕਰਾ ਜਿਹੜਾ ਹੈ ਉਹ ਗੈਰ ਸਮਾਜੀ ਤੱਤਾਂ ਨਾਲ ਹੀ ਹੋਣਾ, ਚੋਰਾਂ ਨਾਲ ਹੋਣਾ, ਚੱਕਿਆਂ ਨਾਲ ਹੋਣਾ, ਦੰਗਾ ਫਸਾਦ ਕਰਨ ਵਾਲਿਆਂ ਨਾਲ ਹੋਣਾ। ਤਾਂ ਉੱਥੇ ਉਹ ਕਿਵੇਂ ਕਾਰਡ ਕੱਢੇਗਾ? ਬੜੇ ਵੱਡੇ ਵੀ ਪ੍ਰੈਸ਼ਰ ਨੇ। ਤਾਂ ਖੈਰ ਇਹਨਾਂ ਨੇ ਇਹ ਚੀਜ਼ ਜਿਹੜੀ ਹੈ ਉਹ ਬਦਲਣ ਦਾ ਮਨ ਤਾਂ ਬਣਾ ਲਿਆ
ਕਿ ਅਸੀਂ ਸਿਕਿਉਰਿਟੀ ਦੇ ਪੱਖ ਤੋਂ ਕੋਈ ਕੋਤਾਹੀ ਨਹੀਂ ਕਰਾਂਗੇ ਤੇ ਜਿਹੜੇ ਨੌਜਵਾਨ ਨੇ ਯਾਨੀ ਕਹਿ ਲਓ ਕਿ ਚੋਬਰ ਆ ਚੁਣ ਕੇ ਉਹਨਾਂ ਨੂੰ ਟ੍ਰੇਨ ਕਰਕੇ ਇਹਨਾਂ ਨੂੰ ਬਾਡੀਗਾਰਡ ਦੇ ਤੌਰ ਤੇ ਦੇਵਾਂਗੇ। ਪਰ ਗੱਲ ਇਹ ਆ ਕਿ ਕਿੰਨੀ ਕੁ ਨਫਰੀ ਦਿਓਗੇ ਤੁਸੀਂ? ਜਿਸ ਤਰੀਕੇ ਨਾਲ ਹੁਣ ਆਪਾਂ ਉਦੋਂ ਵੀ ਗੱਲ ਕਰਦੇ ਸੀ ਕਿ ਇੱਥੇ ਤਾਂ ਬਾਹਰੋਂ ਵੀ ਫੋਨ ਆਉਂਦੇ ਆ ਤੇ ਅੰਦਰੋਂ ਵੀ ਫੋਨ ਆਉਂਦੇ ਆ, ਬਹੁਤ ਸਾਰੇ ਲੋਕਾਂ ਨੂੰ ਸਿਕਿਉਰਿਟੀ ਚਾਹੀਦੀ ਆ। ਤਾਂ ਏਦਾਂ ਲੱਗਦਾ ਕਿ ਕੁਝ ਬਟਾਲੀਅਨ ਤੁਹਾਨੂੰ ਰਿਜ਼ਰਵ ਹੀ ਰੱਖਣੀਆਂ ਪੈਣੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੋਣ, ਇਹਦੇ ਚ ਮੁੰਡੇ ਹੋਣ ਪੂਰੇ 96 ਤੇ ਬਸ ਜਿਹਨੂੰ ਜਿਵੇਂ ਫੋਨ ਆਈ ਜਾਂਦੇ ਉਵੇਂ ਉਹਨਾਂ ਨੂੰ ਕਹੇ ਲੈ ਵੀ ਚੱਕ 4 ਲੈ ਜਾ, 5 ਲੈ ਜਾ, 10 ਲੈ ਜਾ। ਪਰ ਰੌਲਾ ਇਹ ਆ ਕਿ ਮੰਡਰ ਗਈ ਤਾਂ ਉਹਨਾਂ ਤੋਂ ਜਾ ਕੇ ਉਹ ਗਨਮੈਨ ਵੀ ਦੁਖੀ ਹੋ ਜਾਂਦੇ ਕਿ ਸਾਨੂੰ ਤੇ ਰੋਟੀ ਵੀ ਨਹੀਂ ਖਵਾਉਂਦਾ, ਕਹਿੰਦਾ ਜਾ ਕੇ ਗੁਰਦੁਆਰੇ ਲੈ ਆਓ ਨਾਲ ਮੇਰੇ ਜੋਗੀ ਵੀ ਲੈ ਆਓ। ਜੀ ਮਿੰਟੂ ਜੀ, ਪੰਜਾਬ ਦੇ ਵਿੱਚ ਆਨੰਦ ਮੈਰਿਜ ਐਕਟ ਦੇ ਵਿੱਚ ਬਦਲਾਅ ਕੀਤੇ ਜਾਣਗੇ, ਇਸ ਦਾ ਕੀ ਵੇਰਵਾ ਜੀ? ਕਦੋਂ ਤੱਕ ਐਕਸਪੈਕਟਡ ਹੈ ਕਿ ਚੇਂਜਸ ਹੋ ਜਾਣਗੀਆਂ? ਦੇਖੋ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਜਲਦੀ ਅਸੀਂ ਕੁਝ ਅਮੈਂਡਮੈਂਟਸ ਇਹਦੇ ਵਿੱਚ ਲੈ ਆਵਾਂਗੇ। ਉਹਦੇ ਵਿੱਚ ਮੁੱਖ ਤੌਰ ਤੇ ਇਹ ਹੋਏਗਾ ਕਿ ਜਿੱਦਾਂ ਅੱਗੇ ਆਪਾਂ ਦੇਖਦੇ ਹਾਂ ਕਿ ਮੈਰਿਜ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਇੱਕ ਥਾਂ ਤੇ ਆ, ਤਾਂ ਇਹ 3 ਥਾਵਾਂ ਤੇ ਕਰ ਦੇਣਗੇ। ਮਸਲਨ ਕਿ ਜੇ ਆਪਾਂ ਦੇਖਦੇ ਹਾਂ ਕਿ ਜਿੱਥੇ ਲਾਵਾਂ ਹੋਈਆਂ ਨੇ ਉੱਥੇ ਕਰਾ ਲਓ, ਚਾਹੇ ਜੇ ਮੁੰਡੇ ਵਾਲਾ ਆਪਣੇ ਸ਼ਹਿਰ ਦੇ ਵਿੱਚ ਕਰਾਉਣਾ ਚਾਹੁੰਦਾ ਤਾਂ ਉੱਥੇ ਕਰਵਾ ਲਓ, ਚਾਹੇ ਕੁੜੀ ਵਾਲਾ ਤਾਂ ਕੁੜੀ ਵਾਲੇ ਉਸ ਸ਼ਹਿਰ ਦੇ ਵਿੱਚ ਵੀ ਕਰਵਾ ਸਕਦੇ ਆ। ਤੇ ਇੱਕ 3rd ਪਲੇਸ ਮਤਲਬ ਕਿ ਕੋਈ ਹੋਰ ਜਗ੍ਹਾ ਤੇ ਵੀ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਇਹ ਮੁੱਖ ਤੌਰ ਤੇ ਸੋਧ ਹੋਣੀ ਹੈ ਇਹਦੇ ਵਿੱਚ, ਕਿਉਂਕਿ ਵੇਖੋ ਗੱਲ ਕੀ ਹੈ, ਥੋੜਾ ਜਿਹਾ ਆਪਾਂ ਇਹਦੀ ਹਿਸਟਰੀ 'ਚ ਚਲੇ ਜਾਂਦੇ ਆ। 1909 ਵਾਲਾ ਐਕਟ ਆ, ਫਿਰ ਆਜ਼ਾਦੀ ਤੋਂ ਬਾਅਦ ਇਹਦੇ ਵਿੱਚ ਕੁਝ ਸੋਧਾਂ ਹੋਈਆਂ। ਉਸ ਤੋਂ ਬਾਅਦ 2006 ਦੇ ਵਿੱਚ ਬੀਬੀ ਸੀਮਾ ਤੇ ਅਸ਼ਵਨੀ ਕੁਮਾਰ ਵਾਲੇ ਕੇਸ ਦੇ ਵਿੱਚ ਫੈਸਲਾ ਆ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਸਾਰੀਆਂ ਸਟੇਟਾਂ ਨੂੰ ਰਜਿਸਟ੍ਰੇਸ਼ਨ ਲਾਜ਼ਮੀ ਕਰਨੀ ਪਵੇਗੀ। ਉਸ ਤੋਂ ਬਾਅਦ ਫਿਰ ਸ਼ੁਰੂ ਹੁੰਦਾ ਦੌਰ ਇੱਥੇ ਖਰੜੇ ਦਾ, ਆਪਣੇ ਆਨੰਦ ਮੈਰਿਜ ਐਕਟ ਦਾ, ਕਿਉਂਕਿ ਉਦੋਂ ਮਨਮੋਹਨ ਸਿੰਘ ਸਰਕਾਰ ਸੀ, ਉਹਨਾਂ ਨੇ ਕਿਹਾ, ਤਰਲੋਚਨ ਸਿੰਘ ਹੁੰਦੇ ਸਨ, ਕੁਝ ਹੋਰ ਸਿੱਖ ਬੁੱਧੀਜੀਵੀਆਂ ਨੂੰ ਕਿਹਾ ਕਿ ਲਓ ਬਈ ਹੁਣ ਤੁਹਾਨੂੰ ਵੀ ਲਾਗੂ ਕਰਨਾ ਪਵੇਗਾ। ਤਾਂ ਏਦਾਂ ਕਰਦੇ ਕਰਾਉਂਦੇ 7 ਹੋਇਆ, ਫਿਰ 12 ਦੇ ਵਿੱਚ ਵੀ ਸੋਧਿਆ ਰੂਪ ਆ ਗਿਆ ਉਸ ਐਕਟ ਦਾ, ਪਰ ਉਹ 1909 ਵਾਲਾ ਹੀ ਚੱਲਿਆ ਆਉਂਦਾ ਤਕਰੀਬਨ, ਅੰਗਰੇਜ਼ਾਂ ਦੇ ਟਾਈਮ ਵਾਲਾ। ਤਾਂ ਹੋਇਆ ਕਿ ਉਦੋਂ ਫਿਰ ਇਹਨਾਂ ਨੇ ਨਿਯਮ ਬਣਾ ਕੇ ਤੇ ਰੱਖ ਦਿੱਤਾ, ਤੇ ਕਿਉਂਕਿ ਸਟੇਟ ਸਬਜੈਕਟ ਸੀ, ਸਟੇਟਾਂ ਨੂੰ ਕਹਿ ਦਿੱਤਾ ਕਿ ਜਿਹਨੇ ਵੀ ਆਪੋ ਆਪਣੇ ਹਿਸਾਬ ਨਾਲ ਲਾਗੂ ਕਰਨਾ ਤਾਂ ਕਰ ਸਕਦਾ, ਨਿਯਮ ਆਪਣੇ ਵੀ ਬਣਾ ਸਕਦਾ ਹੈ। ਤਾਂ ਉਦੋਂ ਬਾਅਦ ਕੁਝ ਸਟੇਟਾਂ ਨੇ ਲਾਗੂ ਕਰ ਲਿਆ ਸੀਗਾ, ਤਾਂ ਪੰਜਾਬ ਨੇ ਵੀ 2016-17 ਚ ਇਸ ਨੂੰ ਅਡਾਪਟ ਕਰ ਲਿਆ, ਇਸਨੇ ਲਾਗੂ ਕਰ ਦਿੱਤਾ ਪੰਜਾਬ ਨੇ ਵੀ। ਪਰ ਇੱਥੇ ਕੀ ਆ ਕਿ ਇੱਕ ਤਾਂ ਜਾਗਰਤੀ ਦੀ ਕਮੀ, ਇੱਕ ਰਜਿਸਟ੍ਰੇਸ਼ਨ ਵੇਲੇ ਥੋੜੀ ਜਿਹੀ ਬੇਰੁਖੀ ਰਹੀ ਅਫਸਰਾਂ ਦੀ। ਬਹੁਤਾ ਜ਼ਿਆਦਾ ਮਾਮਲੇ ਜਿਹੜੇ ਆ ਉਹ ਰਜਿਸਟਰਡ ਨਹੀਂ ਹੋਏ ਆਨੰਦ ਮੈਰਿਜ ਐਕਟ ਦੇ ਤਹਿਤ, ਜਾਂ ਕਹਿ ਲਓ ਰਜਿਸਟ੍ਰੇਸ਼ਨ ਵਿਆਹਾਂ ਦੀ ਨਹੀਂ ਹੋਈ। ਔਰ 1 ਸਾਲ ਦਾ ਮੈਂ ਡਾਟਾ ਬਾਅਦ ਚ ਜਲੰਧਰ ਦਾ ਚੈੱਕ ਕੀਤਾ ਸੀ, ਹਿਸਾਬ ਲਾ ਲਓ ਕਿ ਉੱਥੇ ਇੱਕ ਵੀ ਮੈਰਿਜ ਰਜਿਸਟਰਡ ਨਹੀਂ ਸੀ ਹੋਈ ਤਕਰੀਬਨ 9-10 ਮਹੀਨਿਆਂ ਦੇ ਵਿੱਚ। ਤਾਂ ਇਹ ਇੱਕ ਸਮੱਸਿਆ ਰਹੀ। ਹਾਲਾਂਕਿ ਅੱਗੇ ਜਾ ਕੇ ਕੁਝ ਸ਼ਾਦੀਆਂ ਜਿਹੜੀਆਂ ਉਹ ਰਜਿਸਟਰਡ ਹੁੰਦੀਆਂ ਨੇ। ਤਾਂ ਇਹ ਤਾਂ ਹੈ ਸਾਰਾ ਥੋੜਾ ਜਿਹਾ ਇਹਦੀ ਬਰੀਫ ਇਤਿਹਾਸਿਕ ਪੱਖ। ਤੇ ਦੂਜੀ ਗੱਲ ਇਹ ਆ ਕਿ ਹੁਣ ਇਹਨਾਂ ਨੇ ਨਵੇਂ ਸਿਰੇ ਤੋਂ ਕਿਹਾ ਕਿ ਅਸੀਂ ਲਾਗੂ ਕਰਾਂਗੇ, ਪੂਰਨ ਤੌਰ ਤੇ ਲਾਗੂ ਕਰਾਂਗੇ। ਅੱਗੇ ਇਹਨਾਂ ਨੇ ਅੱਧਾ ਅਧੂਰਾ ਲਾਗੂ ਕਰ ਰੱਖਿਆ ਸੀਗਾ। ਤਾਂ ਇਹ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੁੱਖ ਤੌਰ ਤੇ ਸੋਧ ਸ਼ਾਇਦ ਇਹੀ ਕਰਨਗੇ। ਪਰ ਗੱਲ ਇਹ ਆ ਕਿ ਆਨੰਦ ਮੈਰਿਜ ਐਕਟ ਦੇ ਮਾਮਲੇ ਦੇ ਵਿੱਚ ਕੀ ਸਿੱਖਾਂ ਨੂੰ ਆਨੰਦ ਆ ਜਾਏਗਾ, ਇੱਕ ਵੱਡਾ ਸਵਾਲ ਆ। ਕਿਉਂਕਿ ਇਹ ਜਿਹੜਾ ਠੀਕ ਆ, ਕੁਝ ਜਿੱਦਾਂ ਤੁਹਾਡੀ ਆਪਣੀਆਂ ਸਮੱਸਿਆਵਾਂ ਹੋ ਜਾਂਦੀਆਂ ਇੱਥੋਂ ਸ਼ਾਦੀ ਦੀ, ਜੇ ਇੰਡੀਆ ਦੀ ਰਜਿਸਟ੍ਰੇਸ਼ਨ ਨੂੰ ਦੇਖੀਏ, ਜਿਹੜੇ ਬਾਹਰ ਜਾਂਦੇ ਆਉਂਦੇ ਆ ਤਾਂ ਉਹ ਹਿੰਦੂ ਮੈਰਿਜ ਐਕਟ ਦੇ ਵਿੱਚ ਇੱਕ ਪੰਗਾ ਪੈ ਜਾਂਦਾ ਹੈ ਜਦੋਂ ਰਜਿਸਟ੍ਰੇਸ਼ਨ ਉੱਧਰ ਹੁੰਦੀ ਹੈ ਜਾ ਕੇ। ਤਾਂ ਗੱਲ ਇਹ ਆ ਕਿ ਇਹਦੇ ਵਿੱਚ ਹੁਣ ਠੀਕ ਆ ਰਜਿਸਟ੍ਰੇਸ਼ਨ ਹੋਏਗੀ ਇਕੱਲੀ। ਰਜਿਸਟ੍ਰੇਸ਼ਨ ਤੋਂ ਭਾਵ ਕੀ ਹੈ ਕਿ ਇਹ ਨਹੀਂ ਹੈ ਕਿ ਸਿੱਖ ਵੱਖਰੀ ਕੌਮ ਹੈ ਤੇ ਉਹਦੀ ਮੋਹਰ ਲੱਗ ਜਾਏਗੀ, ਇਹ ਨਹੀਂ ਹੈ। ਜੇ ਤੁਸੀਂ ਇਹਦੀ ਮਤਲਬ ਕਿ ਬਰੀਕ ਬੀਨੀ ਦੇ ਨਾਲ ਇਹਦੀ ਸਾਰੀ ਘੋਖ ਪੜਤਾਲ ਕਰੋਗੇ, ਦਰਅਸਲ ਕੀ ਹੈ ਆਨੰਦ ਮੈਰਿਜ ਐਕਟ ਦੇ ਵਿੱਚ ਸਿਰਫ ਇਹੋ ਪ੍ਰਬੰਧ ਆ ਕਿ ਮੰਨ ਲਓ ਜਿੱਥੇ ਆਨੰਦ ਕਾਰਜ ਹੋਏ ਨੇ ਜੀ, ਤਾਂ ਉਹ ਸ਼ਾਦੀ ਜਿਹੜੀ ਹੈ ਮਤਲਬ ਕਿ ਅੱਜ ਕੱਲ ਸਰਟੀਫਿਕੇਟ ਮਿਲਦਾ ਹੈ ਨਾ ਗੁਰਦੁਆਰਾ ਸਾਹਿਬ ਤੋਂ, ਤਾਂ ਉਹਦੀ ਬਿਹਾਵ ਤੇ ਕਿਤੇ ਵੀ ਰਜਿਸਟ੍ਰੇਸ਼ਨ ਹੋ ਸਕਦੀ ਹੈ ਆਨੰਦ ਮੈਰਿਜ ਐਕਟ 'ਚ। ਉਹ ਸਿੱਖ ਹੈ ਗੈਰ ਸਿੱਖ ਹੈ ਇਹਦਾ ਕੋਈ ਮਤਲਬ ਨਹੀਂ ਹੈਗਾ। ਔਰ ਸਭ ਤੋਂ ਵੱਡੀ ਗੱਲ ਆ ਕਿ ਜਿਵੇਂ ਆਪਾਂ ਦੇਖਿਆ 12 ਦੇ ਵਿੱਚ, ਮੈਨੂੰ ਅੱਜ ਵੀ ਯਾਦ ਹੈ, ਬੜੇ ਆਰਟੀਕਲ ਪੜ੍ਹੇ ਸੀ ਉਸ ਟਾਈਮ ਮੈਂ, ਤਾਂ ਉਹਦੇ ਵਿੱਚ ਕੀ ਆ ਕਿ ਉਸ ਟਾਈਮ ਇੱਕ ਬੜਾ ਵੱਡਾ ਕੌਨਫਲਿਕਟ ਪੈਦਾ ਹੋ ਗਿਆ ਸੀ ਸਿੱਖ ਬੁੱਧੀਜੀਵੀਆਂ ਦੇ ਦਰਮਿਆਨ ਜੀ। ਉਹ ਕਹਿੰਦੇ ਸੀ ਕਿ ਆਨੰਦ ਮੈਰਿਜ ਐਕਟ ਕਦੇ ਵੀ ਸੰਪੂਰਨ ਹੋ ਹੀ ਨਹੀਂ ਸਕਦਾ ਕਿਉਂਕਿ ਇਹਦੇ 'ਚ ਤਲਾਕ ਦੀ ਮੱਦ ਹੀ ਹੈ ਨਹੀਂਗੀ। ਤਾਂ ਫਿਰ ਕੁਝ ਮੂੜਵਾਂ ਜਵਾਬ ਦਿੱਤਾ ਜਾ ਰਿਹਾ ਸੀਗਾ ਕਿ ਗੁਰਮਤ ਦੇ ਵਿੱਚ ਜਾਂ ਕਹਿ ਲਓ ਕਿ ਸਿੱਖੀਜ਼ਮ ਦੇ ਵਿੱਚ ਤਲਾਕ ਹੈ ਹੀ ਨਹੀਂ ਹੈ।
ਤੋ ਮਤਲਬ ਕਿ ਕੁਝ ਬੁੱਧੀਜੀਵੀ ਕਹਿੰਦੇ ਸੀ ਕਿ ਨਹੀਂ ਇਹ ਹੁਣ ਸਮਾਜਿਕ ਜ਼ਰੂਰਤ ਹੈ ਇਸ ਟਾਈਮ, ਤੇ ਕਿਤੇ ਵੀ ਗੁਰਬਾਣੀ ਦੇ ਵਿੱਚ ਤਲਾਕ ਦੀ ਵਿਰੋਧਤਾ ਨਹੀਂ ਹੋਈ। ਉਦੋਂ ਉਸ ਟਾਈਮ ਬਹੁਤ ਵੱਡੀ ਇੱਕ ਬਹਿਸ ਛਿੜੀ ਰਹੀ ਆ। ਪਰ ਜਿਵੇਂ ਮੈਂ ਕਿਹਾ ਕਿ ਤਲਾਕ ਹੈ ਜਾਂ ਗੋਦ ਲੈਣਾ ਜਾਂ ਮਤਲਬ ਕਿ ਕੋਈ ਖਰਚੇ ਨਾਲ ਅਲੈਹਦਗੀ, ਇਹ ਸਾਰੀਆਂ ਚੀਜ਼ਾਂ ਜੇ ਵਿਵਸਥਾਗਤ ਢਾਂਚੇ ਦੇ ਵਿੱਚ ਜਾਂ ਉਸ ਢਾਂਚੇ ਦੇ ਰੂਪ ਦੇ ਵਿੱਚ ਵੇਖੋਗੇ ਤਾਂ ਨਹੀਂ ਹੋਣੀਆਂ। ਉਹ ਫਿਰ ਉਸੇ ਐਕਟ ਦੇ ਵਿੱਚ ਹੀ ਜਾਣਾ ਪਏਗਾ ਤੁਹਾਨੂੰ ਜੀ। ਤਾਂ ਜਿਵੇਂ ਆਪਾਂ ਦੇਖਦੇ ਆ ਈਸਾਈਆਂ ਕੋਲ ਆਪਣਾ ਹੈਗਾ ਆ, ਮੁਸਲਮਾਨਾਂ ਕੋਲ ਆਪਣਾ ਹੈਗਾ, ਇੰਡੀਆ 'ਚ ਈਵਨ ਦੋ ਕਿ ਯਹੂਦੀਆਂ ਕੋਲ ਵੀ ਆਪਣਾ ਹੈਗਾ, ਪਾਰਸੀਆਂ ਕੋਲ ਵੀ ਹੈ। ਸੋ ਇਹ ਆ ਕਿ ਇਹਨਾਂ ਦੇ ਕੋਲ ਇਹ ਠੀਕ ਹੈ ਰਜਿਸਟ੍ਰੇਸ਼ਨ ਦਾ ਹੱਕ ਜ਼ਰੂਰ ਆ ਜਾਏਗਾ ਜੇ ਪੂਰਨ ਤੌਰ ਤੇ ਲਾਗੂ ਕਰ ਦਿੰਦੇ ਆ। ਪਰ ਮੇਰੇ ਖਿਆਲ ਦੇ ਨਾਲ ਜ਼ਰੂਰਤ ਇਹ ਹੈ ਕਿ ਸਿੱਖਾਂ ਦਾ ਮੈਰਿਜ ਐਕਟ ਇੱਕ ਵੱਖਰਾ ਹੋਣਾ ਚਾਹੀਦਾ ਜੀ, ਤਾਂ ਜਿਹਦੇ ਵਿੱਚ ਉਹ ਸਾਰਾ ਪ੍ਰਬੰਧ ਹੋਵੇ ਜਿਹਦੀ ਮੰਗ ਅੱਜ ਕੱਲ ਕੋਈ ਕਰਦਾ ਹੀ ਨਹੀਂ ਹੈ। ਇਹ ਇੱਕ ਕਿਤੇ ਨਾ ਕਿਤੇ ਕਹਿ ਲਈਏ ਤਰਾਸਦਿਕ ਪੱਖ ਆ ਕਿ ਇਹੋ ਜਿਹੇ ਮੁੱਦਿਆਂ ਤੇ ਰਾਏ ਵੰਡੀ ਜਾਂਦੀ ਹੈ। ਤੇ ਮਿੰਟੂ ਜੀ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? हाँ जी, खुशनुमा खबर ਆਪਾਂ ਜ਼ਿਆਦਾਤਰ ਖੁਸ਼ਨੁਮਾ ਖਬਰ ਜੇ ਦੇਖੀਏ ਤਾਂ ਧੀਆਂ ਤੋਂ ਲੈਂਦੇ ਆ। ਅੱਜ ਪੰਜਾਬ ਦੀਆਂ ਧੀਆਂ ਦੀ ਜਿਹੜੀ ਬਹੁਤ ਲੰਬੀ ਕਹਾਣੀ ਉਹਨਾਂ ਦੀਆਂ ਸਫਲਤਾਵਾਂ ਦੀ, ਉਹਨਾਂ ਦੀ ਹਿੰਮਤ ਦੀ, ਤਾਂ ਉਸ ਕੜੀ ਦਾ ਇੱਕ ਹਿੱਸਾ ਆ ਹੁਸ਼ਿਆਰਪੁਰ ਤੋਂ ਇਹ ਲੜਕੀ ਜਿਹੜੀ ਕਿ ICU ਦੇ ਵਿੱਚ ਤਿਆਰੀ ਕਰਕੇ ਉਹਨੇ 977ਵਾਂ ਰੈਂਕ ਹਾਸਲ ਕੀਤਾ ਹੈ। ਹੁਣ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਅੰਮ੍ਰਿਤਸਰ ਦੇ ਵਿੱਚੋਂ MBBS 'ਚ ਇਹ ਦਾਖਲਾ ਉਹਨੂੰ ਮਿਲਿਆ ਹੈ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਡਾਕਟਰੀ ਦੀ ਉਹਨੇ ਇਹ ਜਿਹੜੀ ਪੜ੍ਹਾਈ ਸਟਾਰਟ ਕੀਤੀ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਸੰਘਰਸ਼ ਉਹਨੂੰ ਇਹ ਕਰਨਾ ਪਿਆ ਕਿ ਐਨ ਮੌਕੇ ਤੇ, ਕਿਉਂਕਿ ਉਹਦੀਆਂ ਦੋਨੇ ਹੀ ਕਿਡਨੀਆਂ ਫੇਲ ਹੋ ਗਈਆਂ ਸਨ ਇਸ ਕੁੜੀ ਦੀਆਂ, ਤਾਂ ਫਿਰ ਜਦੋਂ ICU ਦੇ ਵਿੱਚ ਸੀ, ਰਾਧਿਕਾ ਦਾ ਨਾਮ ਆ, ਤਾਂ ਉੱਥੇ ਇਹਦੀ ਮਾਂ ਨੇ ਇੱਕ ਕਿਡਨੀ ਦਿੱਤੀ ਹੋਈ ਸੀਗੀ, ਇਹ ਰਿਕਵਰ ਕਰ ਰਹੀ ਸੀ। ਪਰ ਕਿਉਂਕਿ ਪ੍ਰੀਖਿਆ ਸਿਰ ਤੇ ਸੀਗੀ, ਇਹਨੇ ਹਿੰਮਤ ਨਹੀਂ ਹਾਰੀ, ICU ਦੇ ਵਿੱਚ ਯਾਨੀ ਬੈੱਡ ਤੇ ਰਹਿ ਕੇ, ਬੈੱਡ ਤੇ ਬੈਠ ਕੇ ਤਿਆਰੀ ਕੀਤੀ ਤੇ ਫਿਰ ਉਹਨੇ ਸਫਲਤਾ ਹਾਸਲ ਕਰ ਲਈ। ਹੁਣ ਕਹਿੰਦੀ ਹਾਰਟ ਸਪੈਸ਼ਲਿਸਟ ਬਣਨਾ, ਸੇਵਾ ਕਰੂੰਗੀ ਲੋਕਾਂ ਦੀ ਮੈਂ। ਕੀ ਬਾਤ ਹੈ।